ਐਨਵਰ ਕ੍ਰੀਕ ਤੋਂ ਆਏ ਹੋਏ ਸਾਡੇ ਮਹਿਮਾਨ ਸਮਨੀਤ ਨਾਲ ਤੁਸੀਂ ਗੱਲਬਾਤ ਕੀਤੀ ਬ੍ਰੇਕ ਤੋਂ ਪਹਿਲਾਂ, ਤੁਸੀਂ ਸੁਣਿਆ ਉਹਨਾਂ ਨੂੰ ਕਿ ਕੀ ਉਹਨਾਂ ਦੇ ਵਿਚਾਰ ਹਨ, ਕਿਸ ਤਰੀਕੇ ਨਾਲ ਉਹ ਵੀ ਆਪਣਾ ਯੋਗਦਾਨ ਪਾਉਣਾ ਚਾਹੀਦੇ ਨੇ ਸੁਸਾਇਟੀ ਦੇ ਵਿੱਚ। ਇਸੀ ਸਕੂਲ ਤੋਂ ਆਏ ਹੋਏ ਨੇ ਸਾਡੇ ਇੱਕ ਹੋਰ ਮਹਿਮਾਨ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦੀ ਕੁਝ ਕੰਟਰੀਬਿਊਸ਼ਨ ਹੈ। ਡਿਸਪਾਈਟ ਆਬਸਟੀਕਲਸ ਉਹ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੇ ਨੇ। ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਸਾਥ ਦੇਣਗੇ ਅਰੀਦਮਨ ਕੁਮਾਰ ਜੀ। ਜੀ ਆਇਆਂ ਨੂੰ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਫॉर ਹੈਵਿੰਗ ਮੀ। ਸਰ, ਅਰੀਦਮ, ਥੋੜ੍ਹਾ ਜਿਹਾ ਤੁਹਾਡਾ ਪਿਛੋਕੜ, ਤੁਸੀਂ ਕਿੱਥੋਂ ਆਏ ਤੇ ਕਿਹੜੇ ਇਹ ਸਕੂਲ ਜਿਹੜਾ ਤੁਸੀਂ ਪੜ੍ਹ ਰਹੇ ਹੋ ਇਹਦੇ ਵਿੱਚ ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਅਕੈਡਮਿਕਲੀ ਵੀ ਬੜੇ ਅੱਗੇ ਗਏ ਹੋ ਤੇ ਉਸ ਦੇ ਨਾਲ ਨਾਲ ਆਪਣਾ ਸਮਾਂ ਤੁਸੀਂ ਇਹਨਾਂ ਵਲੰਟੀਅਰ ਐਕਟੀਵਿਟੀਜ਼ ਵਿੱਚ ਹੀ ਲਾਉਂਦੇ ਹੈਗੇ? ਜੀ ਬਿਲਕੁਲ, ਐਕਚੁਅਲੀ ਮੈਂ ਪੈਦਾ ਤੇ ਇੱਥੇ ਸਰੀ 'ਚ ਹੋਇਆ ਸੀਗਾ। ਮੰਮੀ ਡੈਡੀ ਦਿੱਲੀ ਤੋਂ, ਇੰਡੀਆ ਤੋਂ, ਤੇ ਫਿਰ ਆਏ ਹੋਏ 1999 'ਚ ਆਏ ਸੀਗੇ ਤੇ ਤਾਂ ਤੋਂ ਇੱਥੇ ਰਹਿੰਦੇ ਹਾਂ। ਇੰਡੀਆ ਕਈ ਵਾਰੀ ਹੋ ਕੇ ਵੀ ਆਇਆ ਮੈਂ, ਬਟ ਮੈਂ ਇੱਥੇ ਹੀ ਪ੍ਰੈਫਰ ਕਰਦਾ ਰਹਿਣਾ ਜੀ। ਤੇ ਸਕੂਲ 'ਚ ਜਿਸ ਤਰ੍ਹਾਂ ਪਹਿਲਾਂ ਤਾਂ ਮੈਂ ਸਿਰਫ ਐਕੈਡੈਮਿਕ 'ਚ ਹੀ ਫੋਕਸ ਸੀਗਾ ਮੇਰਾ ਕਾਫੀ ਟਾਈਮ ਤੱਕ। ਤਾਂ ਆਈ ਵਾਜ਼ ਆਲਵੇਜ਼ ਫੋਕਸਡ ਔਨ ਗ੍ਰੇਡਸ ਐਂਡ ਟਰਾਈਂਗ ਟੂ ਅਚੀਵ ਬੈਟਰ academically, and parents were also very encouraging about that. And then ਪਿਛਲੇ ਕੁਝ ਟਾਈਮ ਤੋਂ ਆਈ ਥਿੰਕ 7ਵੀਂ ਚੋਂ ਲੈ ਕੇ ਹੁਣ ਮੈਂ 12ਵੀਂ 'ਚ ਹਾਂ ਤੇ ਫੋਕਸ ਜ਼ਿਆਦਾ ਮੇਰਾ ਐਕੈਡੈਮਿਕ ਵਰਕ 'ਚੋਂ ਹਟ ਕੇ ਤੇ ਫਿਰ ਵੋਲੰਟੀਅਰ ਵਰਕ 'ਚ ਥੋੜ੍ਹਾ ਜਿਹਾ ਆਇਆ ਹੁਣ ਆਈ ਐਮ ਐਕਚੁਅਲੀ ਗੋਇੰਗ ਟੂ ਕੈਲੀਫੋਰਨੀਆ to the University of California, Berkeley for engineering. Wonderful. And when I was applying there, I also applied to a couple of other schools, like high-end schools, and I also saw that they all focus on extracurricular activities a lot more now than they used to before, and therefore academic work is not valued as highly as it was before. It's still quite important, but I would say extracurricular activity is also very important. ਤੁਹਾਨੂੰ ਕਿਵੇਂ ਇਸ ਚੀਜ਼ ਦੇ ਬਾਰੇ ਪ੍ਰੇਰਨਾ ਹੋਈ ਕਿ ਅਕੈਡਮਿਕਲੀ ਤੇ ਜੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ, ਪਰ ਨਾਲ ਨਾਲ ਇਸ ਪਾਸੇ ਆਓ? ਅੰਕਲ, ਐਕਚੁਅਲੀ ਇਹ ਤਾਂ ਸਕੂਲ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਇੰਨਾ ਸਾਰਾ ਆਫਰ ਕੀਤਾ ਸਾਨੂੰ ਵੋਲੰਟੀਅਰ ਕਰਨ ਵਾਸਤੇ। ਐਕਚੁਅਲੀ ਮੈਂ ਪਹਿਲਾਂ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਲਕਸ਼ਮੀ ਨਾਰਾਇਣ ਮੰਦਿਰ 'ਚ ਕਾਫੀ ਟਾਈਮ ਵੋਲੰਟੀਅਰ ਕੀਤੀ ਮੰਮੀ ਡੈਡੀ ਨਾਲ, ਕਿਉਂਕਿ ਉਹ ਮੰਦਿਰ ਕਾਫੀ ਜਾਂਦੇ ਸੀਗੇ। ਤੇ ਉੱਥੋਂ ਮੈਨੂੰ ਰੀਅਲਾਈਜ਼ ਹੋਇਆ ਕਿ ਐਕੈਡੈਮਿਕ ਵਰਕ ਤੋਂ ਹਟ ਕੇ ਜਦ ਮੈਂ ਵੋਲੰਟੀਅਰ ਕਰਦਾ ਤਾਂ ਇੱਕ ਤਾਂ ਸਟ੍ਰੈਸ ਜਿਹੜਾ ਕਾਫੀ ਰਿਲੀਵ ਹੋ ਜਾਂਦਾ ਹੈ, ਕਾਫੀ ਰਿਲੈਕਸਿੰਗ ਲੱਗਦਾ ਹੈ, ਮੈਨੂੰ ਕਾਫੀ ਅੱਛਾ ਲੱਗਿਆ। ਉਹਦੇ ਬਾਅਦ ਹੀ ਜਸਟ ਮੈਂ ਹਾਈ ਸਕੂਲ ਐਂਟਰ ਕੀਤਾ ਸੀਗਾ 8ਵੀਂ 'ਚ, ਤੇ ਤਾਂ ਤੋਂ ਲੈ ਕੇ ਫਿਰ ਹੁਣ ਤੱਕ ਮੈਂ ਹੌਲੀ ਹੌਲੀ ਹੋਰ ਚੀਜ਼ਾਂ ਸਿੱਖੀਆਂ। When you see a problem in the school, you really want to try and solve it, and so things that you develop from academic work is like the knowledge on how to work in groups and work on projects, but what you develop from extracurricular activities is things like being interviewed like this, or writing articles for different newspapers and trying to get the word out there. Alag-alag meeting jehda hold karni hondi hai no, kis tarah organize karni hai, kis tarah tiyar karna hai, sara oh sara kuch jehda sikhda hai oh fir extracurricular activity chon hi aanda hai। te mere khayal naal tai jehdi universities hai ਉਹਨੂੰ ਕਾਫੀ extracurricular ਵੀ ਦੇਖਦੇ ਹਨ ਤਾਂ ਕਿ ਉਹ ਜਿਹੜਾ ਬੱਚਾ ਆ ਰਿਹਾ ਹੈ ਉਹ ਸਾਰਾ ਕੁਛ ਹੈ ਵੀ ਹੈਂਡਲ ਕਰ ਸਕੇ ਅੱਗੇ ਜਾ ਕੇ, ਜਿਹੜਾ ਸਟ੍ਰੈਸ ਹੈ ਉਹ ਰਿਲੀਵ ਵੀ ਕਰ ਸਕੇ ਤੇ ਬਾਕੀਆਂ ਨੂੰ ਵੀ ਹੈਲਪ ਕਰ ਸਕੇ, ਸਿਰਫ ਆਪਣੇ ਐਕੈਡੈਮਿਕ ਤੇ ਫੋਕਸ ਨਾ ਕਰੇ। ਸਕੂਲ ਦਾ ਜਿਹੜਾ ਇਨਵਾਇਰਨਮੈਂਟ ਹੈਗਾ ਉਹਦਾ ਬੜਾ ਇੰਪੈਕਟ ਪੈਂਦਾ, ਜਿਹੜਾ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਸਾਰੀ ਫੈਸਿਲਿਟੀਜ਼ ਤੁਹਾਨੂੰ ਉੱਥੇ ਅਵੇਲੇਬਲ ਹੁੰਦੀਆਂ ਨੇ, ਪਰ ਨਾਲ ਪੀਅਰ ਪ੍ਰੈਸ਼ਰ ਵੀ ਕਾਫੀ ਜ਼ਿਆਦਾ ਹੋ ਜਾਂਦਾ ਤੇ ਕਈ ਵਾਰੀ ਅਸੀਂ ਜੋ ਆਪਣੇ ਭਾਈਚਾਰੇ 'ਚ ਦੇਖਦੇ ਹੈਗੇ ਕਿ ਬਹੁਤ ਸਾਰੇ ਬੱਚੇ ਗਲਤ ਪਾਸਿਆਂ ਨੂੰ ਵੀ ਤੁਰ ਪੈਂਦੇ ਹੈਗੇ ਨੇ। ਉਹਦੇ ਬਾਰੇ ਮੈਂ ਚਾਹਾਂਗਾ ਕਿ ਕਿਵੇਂ ਕੋਪ ਅਪ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਕਿਵੇਂ ਕੀਤਾ ਜਾ ਸਕਦਾ ਹੈਗਾ? ਪੀਅਰ ਪ੍ਰੈਸ਼ਰ ਹੈ ਤਾਂ ਕਾਫੀ ਸਕੂਲ 'ਚ ਹੈ, ਤੇ ਮੈਂ ਗੱਲ ਬਿਲਕੁਲ ਮੰਨਾਂਗਾ। ਜਿੰਨਾ ਸਰੀ ਸਕੂਲ ਡਿਸਟ੍ਰਿਕਟ ਜਿਹੜੀ ਹੈ ਸਭ ਤੋਂ ਵੱਡੀ ਸਕੂਲ ਡਿਸਟ੍ਰਿਕਟ ਹੈ BC 'ਚ, ਤੇ ਕਾਫੀ ਸਾਰੇ ਬੱਚੇ ਹੈਗੇ ਨੇ ਤੇ ਸਾਰਿਆਂ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਟੀਚਰਸ ਦੀ ਥੋੜੀ ਕਮੀ ਪੈਂਦੀ ਹੈ, ਸਕੂਲ ਜਿਹੜੇ ਆ ਉਹਨਾਂ 'ਚ ਬੱਚੇ ਬਹੁਤ ਜ਼ਿਆਦਾ ਭਰੇ ਹੋਏ ਨੇ, ਤੇ ਹੁਣ ਸਕੂਲ ਡਿਸਟ੍ਰਿਕਟ ਐਡਰੈਸ ਤੇ ਕਰ ਰਹੀ ਹੈ ਉਹਨਾਂ ਇਸ਼ੂਜ਼ ਨੂੰ, ਬਟ ਕੁਝ ਟਾਈਮ ਲੱਗਦਾ ਹੈ ਉਹਨੂੰ ਐਡਰੈਸ ਕਰਨ 'ਚ। ਤਾਂ ਤੱਕ ਮੈਂ ਕਹਾਂਗਾ ਕਿ ਜਿਹੜੇ ਸਟੂਡੈਂਟਸ ਹੈ ਦੇ ਹੈਵ ਟੂ ਪੇ ਅਟੈਂਸ਼ਨ ਔਨ ਹੂ देयर फ्रेंड्स ਆਰ ਐਂਡ what kind of a social circle they're in. First off, you have to be comfortable in your social circle. Don't go join a social circle just because you feel that that is a very intellectual environment and just being there you're going to learn a lot. Yes, it's true, exposing yourself to that environment you will learn, but if you're comfortable with people that are good in the community and are doing good to others and are volunteering, you will learn a lot more from those people. So I would say that the most important thing is to surround yourself with friends that you're very comfortable with. You have been selected by a school to represent that particular school, and ਉਹਦੇ ਵਿੱਚ it is not just ਕਿ ਤੁਸੀਂ academically strong ਹੈਗੇ ਹੋ, ਹੋਰ ਕਿਹੜੇ ਪੁਆਇੰਟ ਸੀ ਜਿਹਨੇ ਕਾਰਨ ਤੁਸੀਂ ਚੁਣੇ ਗਏ? ਹੋਰ ਵੀ ਬਹੁਤ ਸਾਰੇ ਬੱਚੇ ਹੋਣਗੇ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗ੍ਰੈਡ ਤੁਸੀਂ ਕਾਫੀ ਸੋਸ਼ਲ ਐਕਟੀਵਿਟੀਜ਼ ਇਨਵੋਲਵ ਹੋ, ਪਰ ਜੇਕਰ ਦੱਸ ਸਕੋ ਸਾਨੂੰ ਕਿ ਕਿਹੜੇ ਕਿਹੜੇ ਮੇਜਰ ਤੁਸੀਂ ਕੰਮ ਕੀਤਾ ਜਿੱਥੇ ਤੁਹਾਨੂੰ ਵੀ ਮਾਣ ਹੈ ਤੇ ਸਕੂਲ ਨੂੰ ਵੀ ਮਾਣ ਹੈ? ਹਾਂਜੀ ਬਿਲਕੁਲ, ਕਾਫੀ ਟਾਈਮ ਤੋਂ ਮੈਂ ਦੇਖ ਰਿਹਾ ਸੀ ਕਿ ਜਿਹੜੀ ਸਰੀ ਸਕੂਲ ਡਿਸਟ੍ਰਿਕਟ ਹੈ ਉਹ ਸਸਟੇਨੇਬਿਲਿਟੀ ਦੇ ਲਾਈਨ 'ਚ ਕੁਝ ਵੀ ਨਹੀਂ ਕਰਦੀ। ਜਿਸ ਤਰ੍ਹਾਂ ਰਿਸਾਈਕਲ ਕਰਨਾ ਹੈ ਉਹ ਕਰਨਾ, ਉਹ ਮਤਲਬ ਬਹੁਤ ਘੱਟ ਸੀਗਾ ਉਹਨਾਂ ਦਾ, ਤੇ ਹੁਣ ਜਿਹੜੀ ਸਾਡੀ ਮੈਟਰੋ ਵੈਂਕੂਵਰ ਦੀ ਗਵਰਨਮੈਂਟ ਹੈ ਉਹ ਕਾਫੀ ਪ੍ਰਮੋਟ ਕਰ ਰਹੀ ਹੈ ਇਸ ਚੀਜ਼ ਨੂੰ। ਤੇ ਉਹ ਮੈਂ ਤੇ ਕੁਝ ਫਰੈਂਡਸ ਮਿਲ ਕੇ ਐਕਚੁਅਲੀ ਇੱਕ ਸਰੀ ਦੇ ਵਿੱਚ ਨੈਟਵਰਕ ਸ਼ੁਰੂ ਕੀਤਾ ਸੀਗਾ, ਦ ਸਰੀ ਯੂਥ ਸਸਟੇਨੇਬਿਲਿਟੀ ਨੈਟਵਰਕ, ਐਂਡ ਦ ਫੋਕਸ ਆਫ that network is to address this concern and bring students together to create a student voice and allow these students to identify issues in the Surrey school district and then provide solutions to them. So ਅਸੀਂ ਦੇਖਿਆ ਸੀ ਕਿ ਅਲੱਗ-ਅਲੱਗ ਸਕੂਲ 'ਚ ਜਿਸ ਤਰ੍ਹਾਂ ਬੱਚੇ ਆਪਣੇ ਕੁਝ ਬ੍ਰੇਨਸਟੋਰਮਿੰਗ ਕਰਦੇ ਨੇ, ਕੁਝ ਆਈਡੀਆ ਲੈ ਕੇ ਆਉਂਦੇ ਨੇ ਤੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਅਗਰ ਕੋਈ ਹੋਰ ਸਕੂਲ ਉਹ ਸੇਮ ਆਈਡੀਆ ਨੂੰ ਇੰਪਲੀਮੈਂਟ ਕਰਨਾ ਚਾਹੁੰਦਾ ਹੈ ਤੇ ਅਗਰ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਫੇਸ ਕਰ ਰਹੇ ਹਨ, ਅਗਰ ਇੱਕ ਬੱਚਾ ਆਲਰੇਡੀ ਇਹ ਪ੍ਰੋਬਲਮ ਫੇਸ ਕਰ ਚੁੱਕਿਆ ਤੇ ਬਾਕੀ ਸਟੂਡੈਂਟਸ ਨੂੰ ਬਾਰ-ਬਾਰ ਉਹ ਪ੍ਰੋਬਲਮ ਫੇਸ ਕਰਨ ਦੀ ਕੀ ਲੋੜ ਹੈ? ਜਦ ਅਸੀਂ ਸਟੂਡੈਂਟਸ ਹੈਗੇ ਜਿਹੜੇ ਪ੍ਰੋਬਲਮ ਸੋਲਵ ਕਰਕੇ ਸਾਡੇ ਕੋਲ ਸੋਲੂਸ਼ਨ ਹੈ ਉਸ ਪ੍ਰੋਬਲਮ ਦਾ, ਤੇ ਅਸੀਂ ਉਹ ਆਈਡੀਆ ਸ਼ੇਅਰ ਕਰੇ ਬਾਕੀਆਂ ਨਾਲ, ਤਾਂ
the problem can be solved much faster. It's a lot Right. easier that way. So the idea of the network is to bring students together and to share these ideas to solve these sort of problems. A That's major one of challenge the- what we are finding amongst the South Asians is that despite our population increasing in droves over here, but in the universities that representation is not to be seen, because you live in that kind of environment where you are talking to the children also from our community mostly. ਐਂਡ ਵਾਟ ਯੂ ਫੀਲ ਕੀ ਕਾਰਨ ਤੁਹਾਨੂੰ ਲੱਗਦਾ ਹੈਗਾ ਕਿ ਅਸੀਂ ਕਿਉਂ ਨਹੀਂ ਉਹ ਯੂਨੀਵਰਸਿਟੀ ਲੈਵਲ ਤੇ ਜਾ ਕੇ ਵੀ ਆਪਣੀ ਛਾਪ ਛੱਡ ਸਕਦੇ? ਇਟਸ ਅ ਗ੍ਰੇਟ ਆਨਰ ਕਿ ਤੁਸੀਂ ਯੂਨੀਵਰਸਿਟੀ ਆਫ ਬਰਕਲੀ ਜਾ ਰਹੇ ਹੈਗੇ ਹੋ, ਤੇ ਹੋਰ ਜਿਸ ਤਰ੍ਹਾਂ ਸਮਨੀਤ ਵੀ ਦੱਸਿਆ ਕਿ ਉਹ ਕੁਈਨਜ਼ ਯੂਨੀਵਰਸਿਟੀ ਵੀ ਜਾ ਰਿਹਾ ਹੈਗਾ। ਸੋ ਇਸ ਤਰ੍ਹਾਂ ਹੋਰ ਵੀ ਸਾਡੇ ਬੱਚੇ ਨੇ, ਲੇਕਿਨ ਜਿਸ ਤਾਦਾਦ ਵਿੱਚ ਸਾਡੀ ਆਬਾਦੀ ਹੈ ਉਹ ਨਜ਼ਰ ਨਹੀਂ ਆਉਂਦੀ। ਕੀ ਕਾਰਨ ਹੈਗਾ? आई थिंक सब तो ਵੱਡਾ ਇਹ ਹੈ ਕਿ ਸਾਡੇ ਜਿਹੜੇ ਇੱਥੇ ਬੱਚੇ ਹੈਗੇ ਨੇ ਉਹ ਆਪਣੇ ਆਪ ਨੂੰ ਨਾ ਠੀਕ ਤਰ੍ਹਾਂ ਦੇ ਕਮਿਊਨਿਟੀ ਨਾਲ ਸਰਾਊਂਡ ਨਹੀਂ ਕਰਦੇ। ਉਹ ਕਾਫੀ ਈਜ਼ੀਲੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਥੋੜੀ ਜਿਹੀ ਪਪੂਲੈਰਿਟੀ ਚਾਹੀਦੀ ਹੈ, ਐਕਸੈਪਟੈਂਸ ਚਾਹੀਦੀ ਹੈ। ਜਦੋਂ ਇਮੀਗ੍ਰੇਟ ਕਰਕੇ ਆਉਂਦੇ ਨੇ ਇੱਥੇ ਐਕਸੈਪਟ ਹੋਣਾ ਥੋੜਾ ਮੁਸ਼ਕਿਲ ਹੁੰਦਾ ਹੈ। ਹੁਣ ਅਸੀਂ ਜਿਹੜੇ ਲੀਡਰਸ਼ਿਪ ਦੇ ਬੱਚੇ ਹੈਗੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਉਹਨਾਂ ਨੂੰ ਵੈਲਕਮ ਕਰੀਏ, ਨਿਊ ਸਟੂਡੈਂਟ ਲੰਚਸ ਹੋਸਟ ਕਰੀਏ ਜਾਂ ਇਸ ਤਰ੍ਹਾਂ ਕੁਝ ਕਰੀਏ। ਕਦੇ ਕਦੇ ਥੋੜਾ ਮੁਸ਼ਕਿਲ ਹੋ ਜਾਂਦਾ ਬੱਚਿਆਂ ਨੂੰ ਐਡਜਸਟ ਕਰਨ, ਮੁਸ਼ਕਿਲ ਹੋ ਜਾਂਦਾ ਥੋੜਾ। ਤੇ I think that is the biggest reason they don't surround themselves with the right type of people, I would say, and they don't strive for excellence when they see that other people in the community that are their friends or at their level are also not striving for that sort of excellence. Right. It's very easy to become careless and lazy in today's lifestyle, especially because our parents are quite successful and are able to provide us with many things, or the school is able to provide us with so many resources. We take a lot for granted. So I think the biggest reason is that people are taking things for granted, and they shouldn't be taking those for granted. They should surround themselves with the right type of intellectual environment, something that they are comfortable in, but they're also feeling intellectually stimulated in. Your parents, yours and Samneet parents, were an instrument, major force behind your success, whatever you have achieved till now. ਉਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕੀ ਘਰਾਂ ਦੇ ਵਿੱਚ ਕੋਈ ਇਹੋ ਜਿਹਾ ਮਾਹੌਲ ਨਹੀਂ ਹੋ ਰਿਹਾ? ਸ਼ਾਇਦ ਇਹ ਵੀ ਇੱਕ ਕਾਰਨ ਲੱਗਦਾ ਤੁਹਾਨੂੰ ਕਿ ਅਸੀਂ ਬੱਚੇ ਜਿਹੜੇ ਨੇ 12ਵੀਂ ਤੋਂ ਬਾਅਦ ਕੋਈ ਛੋਟਾ ਮੋਟਾ ਕੋਰਸ ਕਰ ਲਿਆ ਤੇ ਸਮਝਦੇ ਕਿ ਚਲੋ ਠੀਕ ਹੋ ਗਿਆ, ਤੇ ਮੇਨ ਜਿਹੜਾ ਸਾਡਾ ਫੋਕਸ ਹੁੰਦਾ ਚਲੋ ਕੁਝ ਡਾਲਰਸ ਕਮਾ ਲਈਏ, ਤੇ ਉਹ ਯੂਨੀਵਰਸਿਟੀ ਤੇ ਅਸੀਂ ਪਹੁੰਚ ਨਹੀਂ ਸਕਦੇ। ਹੋ ਸਕਦਾ ਹੈ ਐਕਚੁਅਲੀ ਮੈਂ ਕੁਝ ਮੇਰੇ ਫਰੈਂਡਸ ਹੈਗੇ ਨੇ ਉਹਨਾਂ ਦੇ ਘਰ ਵੀ ਇਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਥੋੜਾ ਜਿਹਾ ਕਿ ਮਤਲਬ ਉਹ ਕਹਿੰਦੇ ਨੇ ਕਿ ਜਿਹੜਾ ਬੱਚੇ ਦਾ ਜੋ ਮਨ ਹੈ ਕਰਨ ਦਾ ਉਹ ਕਰੇ ਬੱਚਾ, ਬਟ ਬੱਚੇ ਜਿਹੜੇ ਹੈਗੇ ਨਾ ਆਪਣਾ ਪੈਸ਼ਨ ਨਹੀਂ ਆਈਡੈਂਟੀਫਾਈ ਕਰ ਪਾਉਂਦੇ। ਜਦੋਂ ਮੈਂ ਤੋਂ ਬੱਚਾ ਪੁੱਛਦਾ ਹੈ ਕਿ ਹਾਊ ਡਿਡ ਯੂ ਵੋਲੰਟੀਅਰ ਸੋ ਮਚ ਐਂਡ ਬਿਕਮ ਸੱਚ ਅ ਗੁੱਡ ਲੀਡਰ ਇਨ ਦ ਕਮਿਊਨਿਟੀ ਔਰ ਅ ਗੁੱਡ ਪਬਲਿਕ ਸਪੀਕਰ, ਮੈਂ ਇਹ ਕਹਿੰਦਾ ਕਿ ਯੂ ਹੈਵ ਟੂ ਬੀ ਏਬਲ ਟੂ ਆਈਡੈਂਟੀਫਾਈ ਯੂਰ ਪੈਸ਼ਨ। You really need to know what you're passionate about and what your network of support is to follow that passion. For me, it was general leadership as well as for sustainability. And so I identified the network of support that would help me identify first and then follow that passion. Yes. Towards then, what would be your message to our youngsters who are watching this program and to the parents also? Just like I said, the number one thing is that don't only volunteer because you feel that universities require volunteer work or schools require volunteer work. I think the number one thing is to find your passion. Number two is to find your network of support to follow that passion. And number three is to work as a team rather than an individual, because after all, an individual is an important ingredient in the team, but the team itself is the full recipe. ਐਂਡ ਕਿਉਂਕਿ ਇਹ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਸ ਵਿੱਚ ਇੱਕ ਸਵਾਲ ਵੀ ਮੈਂ ਹਮੇਸ਼ਾ ਚਾਹਾਂਗਾ ਸਾਰੇ ਬੱਚਿਆਂ ਨੂੰ ਪੁੱਛੇ ਕਿ ਤੁਹਾਡੀ ਕੀ ਕੰਟਰੀਬਿਊਸ਼ਨ ਸੁਸਾਇਟੀ ਨੂੰ ਵਾਪਸ ਹੋਏਗੀ ਜਦੋਂ ਤੁਸੀਂ ਜਿਹੜੇ ਵੀ ਕੈਰੀਅਰ ਨੂੰ ਹੁਣ ਇੰਜੀਨੀਅਰਿੰਗ ਕਰਨ ਜਾ ਰਹੇ ਹੋ ਉਸ ਤੋਂ ਬਾਅਦ ਵਾਪਸ ਆਉਂਦੇ ਹੋ, ਕਮਿਊਨਿਟੀ ਨੂੰ ਕੀ ਦਿਓਗੇ ਤੁਸੀਂ? ਮੇਰਾ ਮਨ ਤਾਂ ਹੈ ਕਿ ਮੈਂ ਇੰਜੀਨੀਅਰ ਕੁਝ ਇਸ ਤਰ੍ਹਾਂ ਦੀ ਚੀਜ਼ ਕਰਾਂ ਜਿਹਦੇ ਨਾਲ ਕਿ ਲੋਕਾਂ ਨੂੰ ਮਤਲਬ ਕਾਮਨਲੀ ਸਟ੍ਰੈਸ ਜਿਹੜਾ ਹੈ ਉਹ ਰਿਲੀਵ ਹੋਏ ਕਾਫੀ। ਹੁਣ ਹਜੇ ਆਈਡੈਂਟੀਫਾਈ ਕਰਨਾ ਥੋੜਾ ਮੁਸ਼ਕਿਲ ਹੈ, ਮੈਂ ਇੰਜੀਨੀਅਰਿੰਗ ਪੜ੍ਹੀ ਤੇ ਹੈ ਨਹੀਂ ਅਜੇ, ਪਰ ਜਦ ਪੜਾਂਗਾ ਉਹਦੇ ਬਾਅਦ ਮੇਰਾ ਇਹ ਮੰਨਣਾ ਹੈ ਕਿ ਮੈਂ ਕੁਝ ਇਸ ਤਰ੍ਹਾਂ ਦਾ ਆਈਡੈਂਟੀਫਾਈ ਕਰਾਂ। ਫੋਰ ਐਗਜ਼ਾਮਪਲ ਸਸਟੇਨੇਬਿਲਿਟੀ ਦੀ ਲਾਈਨ 'ਚ ਕਿਉਂਕਿ ਕਾਫੀ ਸਟ੍ਰੈਸ ਰਹਿਣ ਲੱਗ ਗਿਆ ਲੋਕਾਂ ਨੂੰ ਦੀ ਵਜ੍ਹਾ ਨਾਲ, ਕਿ ਕੁਝ ਇਸ ਤਰ੍ਹਾਂ ਦਾ ਇੰਜੀਨੀਅਰ ਕਰਾਂ with which stress is relieved in the community and people are able to address a very common issue in households across the world. Great. Thank you very much. It was a pleasure having you. Best wishes. Thanks for having me.